कर्म करन दी आदत ऐसी ना जाने दर्द थकान की हुंदा जे पुछदे हो किसान की हुंदा अन्नदाता भगवान की हुंदा। जिस तरह तुसीं दस्सिਆ कि मैं कटिंग वाला सी ते ਅੱਜ ਇਸ ਕਿਸਾਨੀ ਅੰਦੋਲਨ ਨੂੰ ਦੇਖਦਿਆਂ ਹੋਇਆਂ ਵੀ ਇੱਕ ਸਾਬਤ ਸੂਰਤ ਸਹਿਜਧਾਰੀ ਹੋਣ ਦੀ ਵੀ ਤੁਸੀਂ ਅੱਜ ਜਿਹੜੀ ਜੇ ਸੱਚੀ ਗੱਲ ਦੱਸੀ ਜਾਵੇ ਤੇ ਸਾਡੇ ਬਜ਼ੁਰਗਾਂ ਨੇ ਜਿਹੜਾ ਇੱਥੇ ਪੋਹ ਦਾ ਮਹੀਨਾ ਕੱਢਿਆ ਨਾ, ਉਹ ਜਦੋਂ ਇਹ ਦੇਖਿਆ ਵੀ ਮਤਲਬ ਇੱਕ ਤਾਂ ਪੋਹ ਦੇ ਮਹੀਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਉਹ ਉਹਨਾਂ ਦਿਨਾਂ ਦੇ ਵਿੱਚ ਹੀ ਇੱਥੇ ਮਤਲਬ ਸੜਕਾਂ ਦੇ ਉੱਤੇ ਕੱਢੇ ਤੇ ਫਿਰ ਮਨ 'ਚ ਖਿਆਲ ਆਇਆ ਵੀ ਅਸੀਂ ਮਤਲਬ ਦੁਨੀਆ ਤੋਂ ਇੰਨੇ ਬੇਮੁਖ ਹੋ ਗਏ। ਸਪੈਸ਼ਲੀ ਜਦੋਂ ਇੱਥੇ ਅਸੀਂ ਦੇਖਿਆ ਵੀ ਸਿਆਲ ਦੇ ਇੰਨੇ ਠੰਡੇ ਮਹੀਨੇ ਦੇ ਵਿੱਚ ਸੰਗਤਾਂ ਨੇ ਇੱਥੇ ਕੱਢੇ ਆ ਔਰ ਸਿਦਕ ਨਹੀਂ ਹਾਰਿਆ, ਫਿਰ ਦਿਮਾਗ 'ਚ ਆਇਆ ਵੀ ਅਸੀਂ ਕਿਹੜੀ ਕੌਮ ਨੂੰ ਬਿਲੋਂਗ ਕਰਦੇ ਹਾਂ ਤੇ ਫਿਰ ਇਹਦੇ ਵਿੱਚ ਮਨ 'ਚ ਖਿਆਲ ਆਇਆ ਵੀ ਨਹੀਂ ਹੁਣ ਮਤਲਬ ਪ੍ਰੋਪਰ ਚਰਨਜੀਤ ਸਿੰਘ ਬਣਨਾ, ਨਾਂ ਦਾ ਨਹੀਂ ਖਜ਼ਾਲੀ। ਮੈਂ ਹੁਣ 5 ਤਰੀਕ ਨੂੰ ਆਇਆ ਇੱਥੇ ਇੰਡੀਆ ਤੇ 6 ਤਰੀਕ ਨੂੰ ਫਿਰ ਮੈਂ ਇੱਥੇ ਆ ਗਿਆ ਸੀ ਜੀ। ਨਹੀਂ ਜੌਬ ਤੇ ਕੋਈ ਅਸਰ ਨਹੀਂ ਜੀ, ਬਾਕੀ ਜੇ ਪੈਂਦਾ ਤੇ ਫਿਰ ਪੈ ਜਾਵੇ ਉਹਦਾ ਕੋਈ, ਹੁਣ ਤਾਂ ਉਹ ਆ ਕਿ ਹੁਣ ਪਰਵਾਹ ਨਹੀਂ ਕੋਈ ਜੀ। पंजाब न्यूज़ देख रहे सारे ही देश के दर्शकों का मैं हरजीत का स्वागत है। दर्शकों आप जी पता है कि दिल्ली दियां बरूहां ते किसानी अंदोलन चल रहा, तो इस किसानी अंदोलन के करके बहुत लोगों की जिंदगी दे विच बदलाव आए है ते कईयां दे जिस तरह कहने इहदा बड़ा वड्डा एक पंजाब दे विच भी बदलाव आया कि जिहड़े कि आप मुहारे चल के इस किसानी अंदोलन दे विच वीर है जिहड़े पहुँच रहे हैं। साडे नाल एक वीर मौजूद है, तुसीं देख सकदे हो मर्चेंट नेवी के कैप्टन ने, तो सानू इसी किसानी अंदोलन दे विच मिले ने, तो इन्हां दा ਇੱਥੇ आ के बहुत ਜਿਹੜਾ ਜੀਵਨ ਆ ਉਹ ਬਦਲ ਗਿਆ, ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਇੱਕ ਰਾਈਟਰ ਵੀ ਨੇ ਤਾਂ ਇਸ ਕਿਸਾਨੀ ਅੰਦੋਲਨ ਬਾਰੇ ਵੀ ਉਹਨਾਂ ਨੇ ਬਹੁਤ ਵਿਚਾਰ ਜਿਹੜੇ ਆਪਣੇ ਲਿਖੇ ਨੇ, ਤਾਂ ਸਵਾਗਤ ਕਰਦੇ ਇਹਨਾਂ ਦਾ ਪੰਜਾਬ ਵਿੱਚ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਤੇ ਮੈਂ ਪਿਛਲੇ 17 ਸਾਲ ਤੋਂ ਐਜ਼ ਅ ਕੈਪਟਨ ਜੌਬ ਕਰ ਐਜ਼ ਕੈਪਟਨ ਤਾਂ ਮੈਂ ਪਿਛਲੇ 2 ਸਾਲ ਤੋਂ ਹੀ ਬਣਿਆ, ਬਟ ਪਿਛਲੇ 17 ਸਾਲ ਤੋਂ ਇਨ ਮਰਚੈਂਟ ਨੇਵੀ ਜੌਬ ਕਰ ਰਿਹਾ ਜੀ। ਹਾਂਜੀ 2 ਸਾਲ ਤੋਂ ਕੈਪਟਨ ਹਾਂਜੀ 2 ਸਾਲ ਤੋਂ ਕੈਪਟਨ। ਹਾਂ ਮੈਂ 5 ਤਰੀਕ ਨੂੰ ਆਇਆ ਜੀ ਵਾਪਸ, ਇਸ ਮਹੀਨੇ ਦੀ 5 ਤਰੀਕ। ਇਸ ਸਮੇਂ ਤੁਸੀਂ ਕਿਹੜੀ ਸਟੇਟ ਦੇ? ਮੈਂ ਚੱਲ ਰਿਹਾ ਸੀ ਜੀ ਫਰੋਮ USA ਟੂ ਸਾਊਥ ਅਮਰੀਕਾ। ਅਸੀਂ ਪੈਟਰੋਲ ਜਾਂ ਡੀਜ਼ਲ ਇੱਦਾਂ ਕੈਮੀਕਲਸ ਲਿਕੁਇਡ ਕਾਰਗੋਜ਼ ਲੋਡ ਕਰੀਦੇ ਸੀ ਤੇ ਉੱਥੇ ਡਿਸਚਾਰਜ ਕਰੀਦੇ ਸੀ ਜਾ ਕੇ। ਹਾਂਜੀ ਅੱਜ ਤੁਸੀਂ ਕਹਿ ਰਹੇ ਹੋ ਕਿ ਮੈਂ 5 ਤਰੀਕ ਨੂੰ ਇਸ ਕਿਸਾਨੀ ਅੰਦੋਲਨ ਦੇ ਵਿੱਚ ਆਇਆ ਤੇ ਕਿਸ ਤਰ੍ਹਾਂ ਤੁਹਾਡੇ ਵਿੱਚ ਚੇਂਜ ਆਇਆ? ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੈਂ ਕਟਿੰਗ ਵਾਲਾ ਸੀ ਤੇ ਅੱਜ ਇਸ ਕਿਸਾਨੀ ਅੰਦੋਲਨ ਨੂੰ ਦੇਖਦਿਆਂ ਹੋਇਆਂ ਵੀ ਇੱਕ ਸਾਬਤ ਸੂਰਤ ਸਹਿਜਧਾਰੀ ਹੋਣ ਦੀ ਵੀ ਤੁਸੀਂ ਅੱਜ ਜਿਹੜੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਹ ਜੀਵਨ ਦੇ ਵਿੱਚ ਬਦਲਾਵ ਕਿਸ ਤਰ੍ਹਾਂ? ਇਹ ਦਰਅਸਲ ਜੀ ਜੇ ਸੱਚੀ ਗੱਲ ਦੱਸੀ ਜਾਵੇ ਤੇ ਸਾਡੇ ਬਜ਼ੁਰਗਾਂ ਨੇ ਜਿਹੜਾ ਇੱਥੇ ਪੋਹ ਦਾ ਮਹੀਨਾ ਕੱਢਿਆ ਨਾ, ਉਹ ਜਦੋਂ ਇਹ ਦੇਖਿਆ ਵੀ ਮਤਲਬ ਇੱਕ ਤਾਂ ਪੋਹ ਦੇ ਮਹੀਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਉਹ ਉਹਨਾਂ ਦਿਨਾਂ ਦੇ ਵਿੱਚ ਹੀ ਇੱਥੇ ਮਤਲਬ ਸੜਕਾਂ ਦੇ ਉੱਤੇ ਕੱਢੇ ਤੇ ਫਿਰ ਮਨ 'ਚ ਖਿਆਲ ਆਇਆ ਵੀ ਅਸੀਂ ਮਤਲਬ ਦੁਨੀਆ ਤੋਂ ਇੰਨੇ ਬੇਮੁਖ ਹੋ ਗਏ। ਹਾਂਜੀ ਜਿਸ ਕੌਮ ਦੇ ਸੀ ਵਾਰਿਸ ਸੀ, ਅੱਜ ਬੇਸ਼ੱਕ ਗੁਰੂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਨੇ ਵੀ ਇੱਥੇ ਸ਼ਹਾਦਤ ਦਿੱਤੀ ਸੀ ਨਾ, ਉਹਨਾਂ ਦੀ ਗੋਦ 'ਚ ਆ ਕੇ ਆਪਾਂ ਬੈਠੇ ਹੋਏ ਸੀ, ਤਾਂ ਸਾਰੇ ਪੌਦੇ ਜਿਹੜੇ ਦਿਨ ਸੀ ਅਸੀਂ ਇੱਥੇ ਕੱਢੇ ਸੀ। ਬਿਲਕੁਲ ਤੁਹਾਡਾ ਜੀਵਨ ਬਦਲਿਆ? ਬਿਲਕੁਲ ਐਕਚੁਅਲੀ ਮੈਂ ਮੇਰੀ ਸਿਸਟਰ ਨੂੰ ਕਿਹਾ ਇਹਦੇ ਬਾਰੇ ਕਿ ਇੱਦਾਂ, ਮੇਰੀ ਸਿਸਟਰ ਨੇ ਮੈਨੂੰ ਅੱਗੋਂ ਕਹਿੰਦੀ ਤੈਨੂੰ ਸਾਹਿਬਜ਼ਾਦਿਆਂ ਬਾਰੇ ਅੱਜ ਪਤਾ ਲੱਗਾ? ਮੈਂ ਕਿਹਾ ਨਹੀਂ ਪਤਾ ਤਾਂ ਬੜੇ ਚਿਰ ਤੋਂ ਸੀ, ਬਟ ਇੰਨੀ ਡੀਪਲੀ ਕਦੀ ਸੋਚਿਆ ਨਹੀਂ ਇੰਨੀ ਡੀਪਲੀ ਕਦੇ ਕਿ ਮਤਲਬ ਸਪੈਸ਼ਲੀ ਜਦੋਂ ਇੱਥੇ ਅਸੀਂ ਦੇਖਿਆ ਵੀ ਸਿਆਲ ਦੇ ਇੰਨੇ ਠੰਡੇ ਮਹੀਨੇ ਦੇ ਵਿੱਚ ਸੰਗਤਾਂ ਨੇ ਇੱਥੇ ਕੱਢੇ ਆ ਔਰ ਸਿਦਕ ਨਹੀਂ ਹਾਰਿਆ, ਫਿਰ ਦਿਮਾਗ 'ਚ ਆਇਆ ਵੀ ਅਸੀਂ ਕਿਹੜੀ ਕੌਮ ਨੂੰ ਬਿਲੋਂਗ ਕਰਦੇ ਹਾਂ। ਹਾਂਜੀ ਤੇ ਫਿਰ ਇਹਦੇ ਵਿੱਚ ਮਨ 'ਚ ਖਿਆਲ ਆਇਆ ਵੀ ਨਹੀਂ ਹੁਣ ਮਤਲਬ ਔਰ ਸਪੈਸ਼ਲ ਉਹ ਹਾਂਜੀ ਪ੍ਰੋਪਰ ਚਰਨਜੀਤ ਸਿੰਘ ਬਣਨਾ, ਨਾਂ ਦਾ ਨਹੀਂ ਖਜ਼ਾਲੀ। ਹਾਂਜੀ ਫਿਰ ਇੱਥੇ ਜਦੋਂ 29 ਤਰੀਕ ਨੂੰ ਇੱਥੇ ਹੋਇਆ, ਜਦੋਂ ਇੱਥੇ ਪਥਰਾਬਾਜੀ ਹੋਈ ਆ, ਉਦੋਂ ਮੈਂ ਐਕਚੁਅਲੀ ਲੇਟਿਆ ਹੋਇਆ ਸੀ ਬੈੱਡ ਤੇ ਮੇਰਾ ਨਾ ਫੋਨ ਦੇ ਉੱਤੇ ਆਈ ਥਿੰਕ ਰੋਜ਼ਾਨਾ ਸਪੋਕਸਮੈਨ ਦੀ ਲਾਈਵ ਚੱਲ ਪਈ, ਉਹ ਲਾਈਵ ਚੱਲ ਰਿਹਾ ਸੀ। ਹਾਂਜੀ ਇੱਥੇ ਹਾਂਜੀ ਤੇ ਮੈਂ ਉਹ ਲਾਈਵ ਦੇਖ ਰਿਹਾ ਸੀ। ਲਾਈਵ ਦੇਖਦੇ ਜਦੋਂ ਉਹ ਗੱਲ ਹੋਈ ਤੇ ਉਸ ਤੋਂ ਬਾਅਦ 4 ਦਿਨ ਤਾਂ ਮੈਨੂੰ ਐਟਲੀਸਟ ਨੀਂਦ ਨਹੀਂ ਆਈ, ਮੈਂ ਸੁੱਤਾ ਨਹੀਂ 4 ਦਿਨ ਤੱਕ। ਤਾਂ ਇਹ ਸੀ ਵੀ ਕਿਸੇ ਤਰ੍ਹਾਂ ਮੈਂ ਈਵਨ ਰਿਜ਼ਾਈਨ ਕਰਤਾ ਜੌਬ ਤੋਂ ਉਹ 4 ਦਿਨਾਂ 'ਚ ਕਿ ਮੈਂ ਮਤਲਬ ਹੁਣ ਜਾਣਾ ਵਾਪਸ ਕਿਸੇ ਤਰ੍ਹਾਂ ਵੀ, ਪਰ ਆ ਨਹੀਂ ਹੋਇਆ ਕਿਉਂਕਿ ਕਰੋਨਾ ਦਾ ਚੱਕਰ ਸੀ, ਕਈ ਹੋਰ ਪ੍ਰੋਬਲਮਸ ਹੁੰਦੀਆਂ ਕਿਉਂਕਿ ਕੈਪਟਨ ਨੂੰ ਰਿਲੀਵ ਕਰਨਾ ਇੰਨਾ ਸੌਖਾ ਨਹੀਂ ਹੁੰਦਾ। ਇਹ ਨਹੀਂ ਕਿ ਬਿਨਾਂ ਦੂਜੇ ਕੈਪਟਨ ਤੋਂ ਮੈਂ ਉੱਤਰ ਸਕਦਾ ਸੀ, ਇੱਕ ਹੋਰ ਕੈਪਟਨ ਆਉਣਾ ਜ਼ਰੂਰੀ ਸੀ। ਹਾਂਜੀ ਤੇ ਉਸ ਚੱਕਰ 'ਚ ਫਿਰ ਮੈਂ ਹੁਣ 5 ਤਰੀਕ ਨੂੰ ਆਇਆ ਇੱਥੇ ਇੰਡੀਆ ਤੇ 6 ਤਰੀਕ ਨੂੰ ਫਿਰ ਮੈਂ ਇੱਥੇ ਆ ਗਿਆ ਸੀ ਜੀ। 5 ਤਰੀਕ ਨੂੰ ਇੰਡੀਆ ਇੱਥੇ ਹੋ?
ਉਦੋਂ ਦਾ ਇੱਥੇ ਇੱਕ ਜੌਬ ਤੇ ਕੋਈ ਅਸਰ ਨਹੀਂ ਪੈ ਰਿਹਾ? ਨਹੀਂ ਜੌਬ ਤੇ ਕੋਈ ਅਸਰ ਨਹੀਂ ਜੀ, ਬਾਕੀ ਜੇ ਪੈਂਦਾ ਤੇ ਫਿਰ ਪੈ ਜਾਵੇ, ਉਹਦਾ ਕੋਈ ਹੁਣ ਤਾਂ ਉਹ ਆ ਕਿ ਹੁਣ ਪਰਵਾਹ ਨਹੀਂ ਕੋਈ ਜੀ, ਸਿੱਧੀ ਜੀ ਗੱਲ। 12 ਸਾਲ ਦੀ ਤੁਹਾਡੀ ਮਿਹਨਤ ਹੈ, ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਹਾਡੀ ਫਿਊਚਰ ਹੈ ਪੂਰਾ ਉਹਦੇ ਵਿੱਚ? ਕੋਈ ਚੱਕਰ ਨਹੀਂ ਜੀ, ਮੈਂ ਤਾਂ ਮਤਲਬ ਹੁਣ ਤਾਂ ਇਹ ਸੋਚ ਕੇ ਆਏ ਆ ਵੀ ਜੋ ਹੁੰਦਾ ਹੋ ਜਾਵੇ। ਹੁਣ ਮਤਲਬ ਜਿਵੇਂ ਤੁਸੀਂ ਕਹਿ ਲਓ ਕਿ ਇੱਕ ਹੁੰਦਾ ਨਾ ਡਰ ਹੁੰਦਾ ਬੰਦੇ ਦੇ ਮਨ 'ਚ, ਜਦੋਂ ਪੱਗ ਬੰਨ੍ਹ ਲਈ ਸਿਰ ਤੇ ਫਿਰ ਡਰ ਮੁੱਕ ਗਿਆ। ਹਾਂਜੀ, ਫਿਰ ਡਰ ਮੁੱਕ ਗਿਆ ਜੀ, ਹੁਣ ਨਹੀਂ ਕੋਈ ਡਰ ਹੈਗਾ। ਇੱਕ ਫੀਅਰ ਫੈਕਟਰ ਜਿਹੜਾ ਹੁੰਦਾ ਉਹ ਖਤਮ ਹੋ ਗਿਆ ਹੁਣ। ਤੇ ਲਿਖਣ ਦੇ ਵਿੱਚ ਰੁਝਾਨ ਕਿਵੇਂ ਆਇਆ ਕਿ ਕਿਸਾਨੀ ਅੰਦੋਲਨ 'ਚ ਜੋ ਦੇਖਿਆ, ਜੋ ਵਿਚਰ ਰਿਹਾ, ਉਸੇ ਹੀ ਵਿਸ਼ੇ 'ਚ ਤੁਸੀਂ ਲਿਖਿਆ ਸੀ? ਮੈਂ ਦਰਅਸਲ ਜੋ ਸ਼ਿਪ ਤੇ ਸੀ, ਮੈਂ ਆ ਨਹੀਂ ਸੀ ਪਾ ਰਿਹਾ ਤੇ ਮੈਂ ਬਹੁਤ ਫਰਸਟ੍ਰੇਟ ਹੋ ਰਿਹਾ ਸੀ ਉਸ ਵੇਲੇ, ਬਹੁਤ ਜ਼ਿਆਦਾ ਫਰਸਟ੍ਰੇਟ ਹੋ ਰਿਹਾ ਸੀ, ਕਿਉਂਕਿ ਸਵੇਰੇ ਸ਼ਾਮ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਸਵੇਰੇ ਸ਼ਾਮ ਸੋਚੀਦਾ ਸੀ ਵੀ ਕੀ ਕਰਨਾ ਕੁਛ ਕਰਾਂ। ਫਿਰ ਇਦਾਂ ਨਾ ਮੇਰੇ ਮਨ 'ਚ ਖਿਆਲ ਆਉਂਦੇ ਹੁੰਦੇ ਸੀ, ਮੈਂ ਬਟ ਕਦੀ ਲਿਖਦਾ ਨਹੀਂ ਸੀ ਹੁੰਦਾ। ਤੇ ਪਿਛਲੇ ਮਹੀਨੇ ਦੀ 22 ਤਰੀਕ ਤੋਂ ਮੈਂ ਫਿਰ ਨਾ ਜਿਵੇਂ ਉੱਦਾਂ ਹੀ ਇੱਕ ਦਿਮਾਗ 'ਚ ਲਾਈਨਾਂ ਚੱਲ ਰਹੀਆਂ ਸੀ ਤੇ ਮੈਂ ਕਾਪੀ ਪੈਨ ਚੁੱਕ ਕੇ ਤੇ ਲਿਖਣਾ ਸ਼ੁਰੂ ਕਰਤਾ। ਉਹ ਲਿਖਣਾ ਐਸਾ ਸ਼ੁਰੂ ਕੀਤਾ ਕਿ ਹੁਣ 8 ਦਿਨਾਂ 'ਚ ਕਾਪੀ ਭਰ ਗਈ। ਹਾਂਜੀ। ਤੇ ਫਿਰ ਉਸ ਪਰ ਲਿਖਿਆ ਸਾਰਾ ਹੀ ਸੰਘਰਸ਼ ਦੇ ਬਾਰੇ 'ਚ ਹੀ ਹੈ। ਸੰਘਰਸ਼ ਦੇ ਬਾਰੇ 'ਚ ਮੋਸਟਲੀ ਕਿ ਰਿਲੇਸ਼ਨਸ ਦੇ ਬਾਰੇ, ਜਿਵੇਂ ਕਿ ਹੁਣ ਬਜ਼ੁਰਗ ਬੈਠੇ ਨੇ ਇੱਥੇ ਤੇ ਪਿੱਛੇ ਬੇਬੇ ਜਿਹੜੀ ਆ ਉਹ ਕੀ ਕਹਿੰਦੀ ਹੋਊਗੀ, ਉਹਦੇ ਖਿਆਲ ਮਨ 'ਚ ਕੀ ਖਿਆਲ ਚੱਲਦਾ ਹੋਊਗਾ, ਠੀਕ ਹੈ ਨਾ ਜੀ। ਜਿੱਦਾਂ ਪੰਜਾਬ ਆ, ਪੰਜਾਬ ਦੇ ਧੀਆਂ ਪੁੱਤਾਂ ਦੇ ਮਨ 'ਚ ਕੀ ਖਿਆਲ ਚੱਲਦਾ ਹੋਊਗਾ, ਇਹਦੇ ਬਾਰੇ 'ਚ। ਕਿਸਾਨ ਕੀ ਹੁੰਦਾ, ਇਹਦੇ ਬਾਰੇ 'ਚ। ਹਾਂਜੀ। ਤੇ ਸਾਨੂੰ ਵੀ ਜ਼ਰੂਰ ਸੁਣਾਓ ਜੋ ਤੁਸੀਂ ਕਿਸਾਨੀ ਅੰਦੋਲਨ ਲਈ ਲਿਖਿਆ ਹੈ। ਮੈਂ ਇੱਕ ਲਿਖਿਆ ਸੀ, ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਜੀ। ਇਹ ਮੈਂ ਤੁਹਾਨੂੰ ਸੁਣਾ ਦਿੰਦਾ ਜੀ। ਪਰ ਸਰਕਾਰ ਤਾਂ ਕਹਿੰਦੀ ਕਿਸਾਨ ਅੱਤਵਾਦੀ ਹੁੰਦਾ। ਬਸ ਸਾਰਾ ਕੁਝ ਹੀ ਹੈ ਜੀ ਵਿੱਚ, ਜੀ। ਜੋ ਸਰਕਾਰ ਕਹਿੰਦੀ ਆ ਉਹਦੇ ਜਵਾਬ ਹੀ ਆਏ, ਸਮਝ ਲਓ। ਇਹ ਹੈਗਾ ਜੀ, ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਅੰਨਦਾਤਾ ਭਗਵਾਨ ਕੀ ਹੁੰਦਾ। ਪੋਹ ਦਾ ਪਾਲਾ, ਹਾੜ ਦੀਆਂ ਧੁੱਪਾਂ, ਕਹੀ ਮੋਢੇ ਤੇ ਰੱਖਦਾ ਏ। ਫਸਲ ਦੇਖ ਆਵੇ ਚਿਹਰੇ ਰੌਣਕ, ਜਿਉਂ ਪੁੱਤ ਚੋਬਰ ਦੇ ਵੱਲ ਤੱਕਦਾ ਏ। ਕਰਮ ਕਰਨ ਦੀ ਆਦਤ ਐਸੀ, ਨਾ ਜਾਣੇ ਦਰਦ ਥਕਾਨ ਕੀ ਹੁੰਦਾ। ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਅੰਨਦਾਤਾ ਭਗਵਾਨ ਕੀ ਹੁੰਦਾ। ਪੱਕ ਕੇ ਫਸਲ ਤਿਆਰ ਹੁੰਦੀ ਜਦ, ਉਹਦੇ ਚਿਹਰੇ ਲਾਲੀ ਆਉਂਦੀ ਏ। ਕੁਦਰਤ ਰਾਣੀ ਆ ਗੁੱਸੇ ਵਿੱਚ, ਜੇ ਗੜੇਮਾਰੀ ਕਰਵਾਉਂਦੀ ਏ। ਤੇਰਾ ਭਾਣਾ ਮਿੱਠਾ ਲਾਗੇ ਆਖ, ਗੁਰਾਂ ਨੂੰ ਕਰਦਾ ਯਾਦ ਹੁੰਦਾ। ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਅੰਨਦਾਤਾ ਭਗਵਾਨ ਕੀ ਹੁੰਦਾ। ਫਸਲ ਪੱਕੀ ਲੈ ਮੰਡੀ ਜਾਂਦਾ, ਅੱਖਾਂ ਵਿੱਚ ਉਮੀਦਾਂ ਹੁੰਦੀਆਂ। ਮਿਹਨਤ ਦਾ ਜਦ ਮੁੱਲ ਨਾ ਮਿਲਦਾ, ਆਸਾਂ ਸਭ ਢੇਰੀ ਨਹੀਂ ਹੁੰਦੀਆਂ। ਕੋਈ ਨਾ ਅਗਲੀ ਵਾਰ ਇਹ ਕਹਿ ਕੇ ਟੱਬਰ ਰਿਹਾ ਸੰਭਾਲੇ ਹੁੰਦਾ। ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਅੰਨਦਾਤਾ ਭਗਵਾਨ ਕੀ ਹੁੰਦਾ। ਪੁੱਤ ਉਹਦਾ ਵਿੱਦਿਆ ਲੈ ਕੇ ਵੀ ਬੇਰੁਜ਼ਗਾਰ ਹੀ ਰਹਿ ਜਾਂਦਾ ਏ। ਧਰੇਕ ਜਿੱਡੀ ਕਿੰਜ ਧੀ ਵਿਆਹੁਣੀ, ਫਿਕਰਾਂ ਦੇ ਵਿੱਚ ਪੈ ਜਾਂਦਾ ਏ। ਆੜਤੀਆਂ ਦੇ ਦਰਾਂ ਤੇ ਜਾ ਕੇ ਕਰਦਾ ਫਿਰ ਫਰਿਆਦ ਹੁੰਦਾ। ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਅੰਨਦਾਤਾ ਭਗਵਾਨ ਕੀ ਹੁੰਦਾ। ਕੋਠੇ ਜਿੱਡਾ ਪੁੱਤ ਪਾਲ ਕੇ ਉਹਨੇ ਦੇਸ਼ ਤੇ ਕਰ ਕੁਰਬਾਨ ਦਿੱਤਾ। ਅੱਤਵਾਦੀ, ਪਰਜੀਵੀ, ਖਾਲਿਸਤਾਨੀ ਕੀ ਉਹਨੂੰ ਗਰਦਾਨ ਦਿੱਤਾ। ਸ਼ਰਮ ਆਵੇ ਤੁਹਾਡੀ ਸੋਚ ਵੇਖ ਕੇ, ਇਹ ਕਹਿਣ ਵਾਲਾ ਇਨਸਾਨ ਨਹੀਂ ਹੁੰਦਾ। ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਅੰਨਦਾਤਾ ਭਗਵਾਨ ਕੀ ਹੁੰਦਾ। ਸੜਕਾਂ ਤੇ ਬੈਠਾ ਏ ਅੱਜ ਕੱਲ੍ਹ, ਝੰਡਾ ਚੁੱਕ ਕੇ ਤੁਰਦਾ ਏ। ਆਪਣੇ ਖੇਤ ਗੁਲਾਮੀ ਸੋਚ ਕੇ ਅੰਦਰੋਂ ਅੰਦਰ ਹੀ ਖੁਰਦਾ ਏ। ਹੱਕਾਂ ਵਾਲੀ ਲੜਾਈ ਦੇ ਵਿੱਚ ਕਹੇ ਪੈਂਦਾ ਕੁਰਬਾਨ ਏ ਹੁੰਦਾ। ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਅੰਨਦਾਤਾ ਭਗਵਾਨ ਕੀ ਹੁੰਦਾ। ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ। ਹਾਂਜੀ। ਤੇ ਤੁਸੀਂ ਮਰਚੈਂਟ ਨੇਵੀ ਦੇ ਕੈਪਟਨ ਹੋ, ਤਾਂ ਸਰਕਾਰਾਂ ਬਾਰੇ ਕੀ ਕਹੋਗੇ? ਲਗਾਤਾਰ 109 ਦਿਨ ਹੋ ਚੁੱਕੇ ਅੱਜ ਕਿਸਾਨੀ ਅੰਦੋਲਨ ਚੱਲ ਰਿਹਾ, ਸ਼ਾਂਤਮਈ ਤਰੀਕੇ ਨਾਲ ਕਿਸਾਨ ਬੈਠੇ ਹੋਏ ਨੇ, ਪਰ ਕੋਈ ਅਸਰ ਨਹੀਂ ਹੋ ਰਿਹਾ ਸਰਕਾਰ। ਇਹ ਇੱਕ ਤਾਂ ਜੀ ਦੇਖੋ ਹੈਗੀ ਗੱਲ ਹੈਗੀ ਆ ਫਾਰਮਰਸ ਪ੍ਰੋਟੈਸਟ ਦੀ, ਫਾਰਮਰ ਰਾਈਟਸ ਦੀ। ਉਸ ਤੋਂ ਵੱਡਾ ਮੁੱਦਾ ਜਿਹੜਾ ਇਸ ਵੇਲੇ ਬਣ ਚੁੱਕਾ ਉਹ ਹਿਊਮਨ ਰਾਈਟਸ ਦਾ ਬਣ ਚੁੱਕਾ। ਉਸ ਤੋਂ ਵੀ ਵੱਡਾ ਜਿਹੜਾ ਕਿ ਇੰਟਰਨੈਸ਼ਨਲੀ ਹੋਰ ਸਾਰੇ ਜਾਣੇ ਉਹਨੂੰ ਰੈਕੋਗਨਾਈਜ਼ ਕਰ ਰਹੇ ਆ ਕਿ ਸਾਡੀ ਸਰਕਾਰ ਜਿਹੜੀ ਆ ਉਹ ਹੁਣ ਧੱਕੇਸ਼ਾਹੀ ਦੇ ਉੱਤਰ ਆਈ ਆ, ਠੀਕ ਹੈ ਨਾ ਜੀ। ਈਵਨ ਸਾਡਾ ਬੈਠਣਾ ਇੱਥੇ ਇਹਨਾਂ ਨੂੰ ਮਨਜ਼ੂਰ ਨਹੀਂ ਆ। ਇੱਧਰ ਵੀ ਬੈਰੀਕੇਡ ਲਾਤੇ, ਉੱਧਰ ਵੀ ਬੈਰੀਕੇਡ ਲਾਤੇ, ਦੋਨੇ ਪਾਸੇ। ਇਹ ਤਾਂ ਇੱਕ ਹਿਸਾਬ ਨਾਲ ਤੁਹਾਨੂੰ ਇਟ ਇਜ਼ ਇੱਦਾਂ ਦੀਆਂ ਸਰਹੱਦਾਂ ਕਿੱਥੇ ਦੇਖਣ ਨੂੰ ਮਿਲ ਸਕਦੀਆਂ? ਇੱਦਾਂ ਦੀਆਂ ਕਿਤੇ ਨਹੀਂ ਜੀ ਦੇਖਣ ਨੂੰ ਮਿਲੀਆਂ। ਮੈਂ ਪਾਕਿਸਤਾਨ ਦੀ ਸਰਹੱਦ ਵੀ ਦੇਖੀ ਆ, ਚਾਈਨਾ ਤਾਂ ਚਲੋ ਟੀਵੀ ਤੇ ਦੇਖੀਆਂ ਨੇ। ਆਈ ਹੈਵ ਬੀਨ ਟੂ ਯੂਐਸ ਮੈਕਸੀਕੋ ਦੀ ਸਰਹੱਦ ਮੈਂ ਆਪਣੇ ਅੱਖੀਂ ਦੇਖੀ ਆ। ਇਹੋ ਜੀ ਸਰਹੱਦ ਕਿਤੇ ਨਹੀਂ ਤੁਹਾਨੂੰ ਦੁਨੀਆ 'ਚ ਦੇਖਣ ਨੂੰ ਮਿਲਦੀ ਜੀ। ਹਾਂਜੀ, ਜਿਹੜੀ ਇੱਥੇ ਬਣੀ ਹੋਈ ਆ। ਹਾਂਜੀ। ਆਪਣੇ ਹੀ ਅੰਨਦਾਤਾ ਤੇ ਇੰਨੀ ਵੱਡੀ ਬੈਰੀਕੇਟਿੰਗ ਕਰਨੀ, ਤੁਹਾਨੂੰ ਕੀ ਲੱਗਦਾ ਕਿੱਥੋਂ ਦਾ ਨਿਆਂ ਹੈ? ਇਹ ਕੋਈ ਨਿਆਂ ਨਹੀਂ ਹੈ ਜੀ, ਇਹ ਤਾਂ ਡਿਕਟੇਟਰਸ਼ਿਪ ਆ ਜੀ। ਮੈਂ ਇਹਨੂੰ ਡੈਮੋਕ੍ਰੇਸੀ ਨਹੀਂ ਮੰਨਦਾ ਜੋ ਚੱਲ ਰਿਹਾ ਇਸ ਵੇਲੇ। ਸਾਡਾ ਜੇ ਕਨਸਟੀਟਿਊਸ਼ਨ ਫੋਲੋ ਕਰੀਏ ਤੇ ਉਹਦੇ ਵਿੱਚ ਜੋ ਫੋਲੋ ਕਰੀਏ ਤੇ ਉਹ ਡੈਮੋਕ੍ਰੇਸੀ ਆ। ਬਟ ਜੋ ਪ੍ਰੈਜ਼ੈਂਟ ਸਰਕਾਰ ਆ ਜੋ ਕਰ ਰਹੀ ਆ ਉਹ ਬਿਲਕੁਲ ਵੀ ਡੈਮੋਕ੍ਰੇਸੀ ਦੇ ਅਧੀਨ ਨਹੀਂ ਆ, ਕਨਸਟੀਟਿਊਸ਼ਨ ਦੇ ਅਧੀਨ ਨਹੀਂ ਹੈ, ਤੇ ਡਿਕਟੇਟਰਸ਼ਿਪ ਵੱਲ ਜਾ ਰਿਹਾ ਸਿੱਧਾ।
ਠੀਕ ਹੈ ਨਾ ਜੀ। ਇਹ ਤੇ ਬਿਲਕੁਲ ਸਹੀ ਨਹੀਂ ਹੈ, ਬਿਲਕੁਲ ਮਤਲਬ ਕਿ ਗਲਤ ਆ। ਤੁਸੀਂ ਜੇ ਕੋਈ ਤੁਹਾਡੇ ਖਿਲਾਫ ਬੋਲਦਾ ਉਹਨੂੰ ਚੁੱਕ ਕੇ ਤੁਸੀਂ ਅੰਦਰ ਸੁੱਟ ਦਿੰਦੇ ਆ, ਜੇ ਕੋਈ ਪੱਤਰਕਾਰ ਬੋਲਦਾ ਉਹਨੂੰ ਚੁੱਕ ਕੇ ਅੰਦਰ ਸੁੱਟ ਦਿੰਦੇ ਆ, ਜੇ ਕੋਈ ਆਵਾਜ਼ ਉਠਾਉਂਦਾ, ਉਹ ਇੱਕ ਦੋ ਕੁੜੀਆਂ ਸੀ ਦਿਸ਼ਾ ਤੇ ਨੌਦੀਪ, ਉਹਨਾਂ ਨੂੰ ਅੰਦਰ ਸੁੱਟਤਾ। ਠੀਕ ਹੈ ਨਾ ਜੀ। ਇਹਦੇ ਵਿੱਚ ਤੇ ਫਿਰ ਇਹ ਤੇ ਉਹ ਆ ਕਿ ਹਰ ਜੋ ਵੀ ਸੱਚ ਬੋਲੇਗਾ ਉਹਦੀ ਆਵਾਜ਼ ਨੂੰ ਦੱਬਿਆ ਜਾਏਗਾ, ਮਤਲਬ ਹੋਰ ਤੇ ਇਹਦੇ ਵਿੱਚ ਹੋਰ ਤੇ ਕੁਝ ਦਿਸਦਾ ਨਹੀਂ ਹੈ ਜੀ। ਅੱਗੇ ਵੀ ਤੁਸੀਂ ਫਿਰ ਗੁਰਸਿੱਖ ਸੱਜੋਗੇ, ਅੰਮ੍ਰਿਤਪਾਨ ਕਰੋ? ਬਿਲਕੁਲ ਜੀ। ਹੁਣ ਅੰਮ੍ਰਿਤਪਾਨ ਦਾ ਜਿੱਥੋਂ ਤੱਕ ਆ ਕਿ ਅੰਮ੍ਰਿਤਪਾਨ ਮੈਨੂੰ ਥੋੜਾ ਡਿਸਾਈਡ ਕਰਨਾ ਪਊਗਾ, ਟੂ ਬੀ ਵੈਰੀ ਫਰੈਂਕ, ਕਿਉਂਕਿ ਮੇਰਾ ਜੌਬ ਕਲਚਰ, ਜੌਬ এনवायरमेंट ਇਹੋ ਜਿਹਾ ਆ ਕਿ ਕਈ ਵਾਰ ਆਈ ਐਮ ਨਾਟ ਲੈਫਟ ਵਿਦ ਆਪਸ਼ਨਸ, ਸਪੈਸ਼ਲੀ ਇਨ ਜਿੱਦਾਂ ਮੀਟ ਖਾਣਾ ਜਾਂ ਅੰਡਾ ਖਾਣਾ, ਇਹਦੇ ਕੇਸ 'ਚ। ਹਾਂ, ਦਾਰੂ ਮੈਂ ਪੱਕੀ ਛੱਡ ਚੁੱਕਾ, ਉਹ ਕਦੇ ਹੱਥ ਨਹੀਂ ਲਾਣੀ। ਬਟ ਹਾਂ, ਮੈਂ ਆਈ ਐਮ ਅ ਵੈਜੀਟੇਰੀਅਨ ਨਾ, ਮੈਂ ਵੈਜੀਟੇਰੀਅਨ ਆ ਪ੍ਰੋਪਰ, ਬਟ ਜਸਟ ਇਨ ਕੇਸ ਦੇ ਚੱਕਰ 'ਚ ਕਿ ਮਤਲਬ ਹਾਂਜੀ ਹਾਂਜੀ, ਕਿਉਂਕਿ ਐਂਡ ਆਫ ਦਾ ਡੇ ਮੈਂ ਸੀਮੈਨ ਵੀ ਹੈਗਾ ਨਾਲ, ਤੇ ਸੀਮੈਨ ਐਜ਼ ਅ ਸੀਮੈਨ ਮੇਰਾ ਫਸਟ ਪ੍ਰਾਇੋਰਟੀ ਹੁੰਦੀ ਸਰਵਾਈਵਲ। ਠੀਕ ਹੈ ਜੀ, ਤੇ ਉਹ ਵੀ ਦੇਖਣਾ ਪੈਂਦਾ। ਹਾਂਜੀ। ਤਾਂ ਕਿੱਦਾਂ ਤੁਸੀਂ ਕਿਹਾ ਇੱਕ ਕਿਸਾਨ ਦੀ ਜਿਸ ਤਰ੍ਹਾਂ ਅੱਖੀ ਡਿੱਠਾ ਆਪਾਂ ਬਿਆਨ ਕਰਦੇ ਨੇ ਨਾ, ਜੋ ਆਪਾਂ ਕਿਸਾਨ ਦੇ ਬਾਰੇ ਦੇਖਦੇ ਕਿ ਕਿਸ ਤਰ੍ਹਾਂ ਉਹ ਕਈ ਵਾਰ ਕਰਜ਼ਿਆਂ ਦੇ ਥੱਲੇ ਦੱਬ ਜਾਂਦਾ ਜਾਂ ਆਪਣੇ ਧੀ ਪੁੱਤ ਦੇ ਬਾਰੇ ਸੋਚਦਾ ਜਾਂ ਫਸਲਾਂ ਬਾਰੇ ਸੋਚਦਾ ਹੈਗਾ ਨਾ, ਪਰ ਹੁਣ ਇਸ ਕਿਸਾਨੀ ਅੰਦੋਲਨ ਦਾ ਪ੍ਰਭਾਵ ਕਿੰਨਾ ਕੁ ਪਿਆ? ਨੌਜਵਾਨੀ ਸੋਚ ਕੀ ਰੱਖਦੀ ਆ, ਮਾਤਾਵਾਂ ਕੀ ਸੋਚਦੀਆਂ ਨੇ ਤੇ ਬਜ਼ੁਰਗ ਕੀ ਸੋਚਦੇ ਨੇ ਉਹਨਾਂ ਬਾਰੇ? ਦੇਖੋ ਜੀ, ਜਿੱਥੋਂ ਤੱਕ ਤਾਂ ਨੌਜਵਾਨੀ ਦਾ ਸੋਚ ਆ, ਮੈਂ ਤਾਂ ਇਹ ਗੱਲ ਕਹਿਣਾ ਵੀ ਇਹ ਕਿਸਾਨ ਅੰਦੋਲਨ ਜਿਹੜਾ ਆ, ਇਹਦੇ ਚੱਕਰ 'ਚ ਸਾਡੀ ਨੌਜਵਾਨੀ ਦਾ ਬਹੁਤ ਫਾਇਦਾ ਹੋਇਆ। ਐਕਚੁਅਲੀ ਬਹੁਤ ਫਾਇਦਾ ਹੋਇਆ ਨੌਜਵਾਨੀ। ਜਿੱਦਾਂ ਹੁਣ ਮੇਰੇ ਵੱਲ ਦੇਖ ਲਓ, ਮੈਂ ਸਾਡੇ ਵਰਗੇ ਨੇ ਕਦੀ ਸੋਚਿਆ ਹੀ ਨਹੀਂ ਸੀ। ਠੀਕ ਹੈ ਨਾ, ਬਹੁਤ ਜਿਹੜੇ ਮੁੰਡੇ ਆ ਉਹ ਛੱਡ ਚੁੱਕੇ ਆ। ਹਾਂਜੀ, ਮੈਂ ਰੋਜ਼ ਦੇਖਦਾ, 8 ਦਿਨ ਹੋ ਗਏ 9 ਦਿਨ ਮੈਨੂੰ ਇੱਥੇ ਬਹੁਤ ਮੁੰਡੇ ਮਿਲਦੇ ਨੇ ਕਿ ਜਿਹੜੇ ਪ੍ਰਾਊਡ ਫੀਲ ਕਰਦੇ ਨੇ ਪਹਿਲਾਂ ਕਿ ਮਤਲਬ ਹਾਂ ਪੱਗ ਬੰਨ੍ਹ ਕੇ ਨਿਕਲਣਾ, ਬਿਨਾਂ ਪੱਗ ਬੰਨੇ ਤੋਂ ਨਿਕਲਣਾ ਹੀ ਨਹੀਂ, ਚਾਹੇ ਵਾਲ ਕੱਟੇ ਹੋਏ ਫਿਰ ਵੀ ਪੱਗ ਬੰਨ੍ਹ ਕੇ ਨਿਕਲਣਾ। ਤੇ ਉਹ ਹੌਲੀ ਹੌਲੀ ਹੋਰ ਅਸਰ ਪਊਗਾ ਉਹਨਾਂ 'ਤੇ। ਜਿੱਥੋਂ ਤੱਕ ਬਜ਼ੁਰਗਾਂ ਦਾ ਸਵਾਲ ਆ, ਬਜ਼ੁਰਗਾਂ ਸਾਡੀਆਂ ਮਾਤਾਵਾਂ, ਇਹਨਾਂ ਨੇ ਤਾਂ ਸਾਨੂੰ ਇੰਨਾ ਮਤਲਬ ਹੌਸਲਾ ਦਿੱਤਾ ਆ ਕਿ ਤੁਸੀਂ ਉਦੋਂ ਬਿਆਨ ਕਰਨ ਦੇ ਬਾਹਰ ਆ ਜੀ। ਕਹਿੰਦੇ ਨੇ ਕਿ ਫਸਲਾਂ ਦੀ ਗੱਲ ਨਹੀਂ, ਗੱਲ ਹੁਣ ਨਸਲਾਂ ਦੀ ਅਣਖਾਂ ਦੀ ਗੱਲ ਆ ਜੀ। ਹੁਣ ਤਾਂ ਅਸੀਂ ਤਾਂ ਆਪ ਕਹਿੰਦੇ ਆ, ਮੇਰਾ ਹੁਣ ਡਾਇਰੈਕਟਲੀ ਮੇਰੇ ਦਾਦਾ ਜੀ ਜਿਹੜੇ ਸੀ ਉਹ ਖੇਤੀ ਕਰਦੇ ਸੀ, ਮੇਰੇ ਫਾਦਰ ਨੇ ਖੇਤੀ ਕੀਤੀ ਆ, 10ਵੀਂ ਤੱਕ ਮੈਂ ਵੀ ਖੇਤੀ ਕੀਤੀ ਉਹਨਾਂ ਦੇ ਨਾਲ, ਹੱਥੀਂ ਖੇਤੀ ਕੀਤੀ ਆ, ਜਿੰਦਰਿਆਂ ਦੇ ਨਾਲ ਵੱਟਾਂ ਪਾਈਆਂ ਨੇ। ਠੀਕ ਹੈ, ਪਰ ਹੁਣ ਰਾਈਟ ਨਾਓ ਕੋਈ ਸਾਡਾ ਕਨੈਕਸ਼ਨ ਨਹੀਂ ਹੈਗਾ ਖੇਤੀ ਦੇ ਨਾਲ। ਹਾਂ, ਫਿਊਚਰ 'ਚ ਕਰ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ, ਪਰ ਸਾਨੂੰ ਤਾਂ ਇਹ ਹੁੰਦਾ ਵੀ ਜੇ ਅਸੀਂ ਦਿੱਲੀ 'ਚ ਵੜਾਂਗੇ ਤਾਂ ਦਿੱਲੀ ਦੇ ਲੋਕ ਮਿਹਣੇ ਮਾਰਿਆ ਕਰਨਗੇ ਸਾਨੂੰ। ਠੀਕ ਹੈ ਨਾ ਜੀ, ਦਿੱਲੀ ਦੇ ਇਮੀਗ੍ਰੇਸ਼ਨ ਵਾਲੇ ਮਿਹਣੇ ਮਾਰਿਆ ਕਰਨਗੇ, ਹਾਂਜੀ ਸਰਦਾਰ ਜੀ ਆ ਗਏ ਵਾਪਸ, यहाँ पर शोर मचा के गए थे 3 महीने। ਇਹ ਗੱਲਾਂ ਸੁਣਨੀਆਂ ਬਹੁਤ ਔਖੀਆਂ ਹੁੰਦੀਆਂ ਨੇ। ਮੈਂ ਪਹਿਲਾਂ ਵੀ ਮੇਰੇ ਇੱਕ ਦੋਸਤ ਨਾਲ ਗੱਲ ਕਰ ਰਿਹਾ ਸੀ ਕਿ ਸਾਡੇ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਗੋਲੀ ਵੱਜ ਜੇ ਬਚ ਜਾਂਦੇ ਆ, ਗੋਲੀ ਵੱਜ ਜੇ ਬਚ ਜਾਂਦੇ ਆ, ਮਿਹਣਾ ਵੱਜੇ ਫਿਰ ਨਹੀਂ ਬਚਦੇ। ਪਰ ਲੋਕ ਹੁਣ ਸੋਚ ਕੇ ਆਇਆ ਕਿ ਜਾਂ ਜਿੱਤਾਂਗੇ ਜਾਂ ਮਰਾਂਗੇ। ਤਾਂ ਮਰਾਂਗੇ ਜੀ। ਹਾਂਜੀ, ਜਿੱਤਣਾ ਹੈ, ਹਰ ਹਾਲ 'ਚ ਜਿੱਤਣਾ। ਲਾਸਟ ਵਾਲਾ ਮੇਰਾ USA ਤੁਸੀਂ ਜੌਬ ਕਰਦੇ ਰਹੇ ਹੋ, ਤਾਂ ਜਿਹੜੇ ਨਾਲ ਦੇ ਆਫੀਸਰਸ ਹੁੰਦੇ ਨੇ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੋਣੀ ਆ, ਇਸ ਕਿਸਾਨੀ ਅੰਦੋਲਨ ਬਾਰੇ ਉਹ ਕੀ ਸੋਚਦੇ ਨੇ? ਜਾਂ USA ਦੇ ਵਿੱਚ ਤੁਸੀਂ ਦੇਖਿਆ ਕਿ ਬੜੇ ਪ੍ਰੋਟੈਸਟ ਹੁੰਦੇ ਨੇ, ਰੈਲੀਆਂ ਵੀ ਹੋਈਆਂ, ਕਾਰ ਰੈਲੀ ਹੋਈ, ਮੋਟਰਸਾਈਕਲ ਰੈਲੀ ਹੋਈ, ਇੱਥੋਂ ਤੱਕ ਕਿ ਟਰੈਕਟਰ ਪਰੇਡ ਵੀ ਹੋਈ ਉੱਥੇ, ਤਾਂ ਕਿਸ ਤਰ੍ਹਾਂ ਦੇਖਦੇ ਆ ਤੁਹਾਡੇ ਨਾਲ ਦੇ ਜਿਹੜੇ ਸਰਕਾਰ? ਜਿਵੇਂ ਹੁਣ ਮੈਂ US 'ਚ ਸੀ ਪਿਛਲੇ ਮਹੀਨੇ, ਤਾਂ ਸਾਡੇ ਸ਼ਿਪ ਤੇ ਮੋਸਟਲੀ 95% ਜਿਹੜਾ ਵੀ ਕੋਈ ਬੰਦਾ ਆਉਂਦਾ ਆ ਉਹ ਆਲਰੇਡੀ ਅਵੇਅਰ ਨੇ ਕਿ ਕੀ ਚੱਲ ਰਿਹਾ ਇੱਥੇ। ਦੇ ਆਰ ਵੈਰੀ ਮੱਚ ਅਵੇਅਰ। USA ਦੀ ਜਿਹੜੀ ਮੇਨ ਮੈਗਜ਼ੀਨ ਆ ਨੈਸ਼ਨਲ ਜੀਓਗ੍ਰਾਫਿਕ, ਉਹਦਾ ਜਿਹੜਾ ਵਿੰਟਰ ਐਡੀਸ਼ਨ ਆ, ਉਹਦੇ ਫਰੰਟ ਪੇਜ ਦੇ ਉੱਤੇ ਫਾਰਮਰ ਪ੍ਰੋਟੈਸਟ ਛਪਿਆ ਹੋਇਆ, ਮਤਲਬ ਕਵਰ ਪੇਜ ਆ, ਜਿਹੜਾ ਕਵਰ ਪੇਜ ਆ ਨੈਸ਼ਨਲ ਜੀਓਗ੍ਰਾਫਿਕ ਦਾ, ਉਹਦੀ ਮੇਰੇ ਕੋਲ ਫੋਟੋ ਵੀ ਹੈਗੀ ਆ, ਤੇ ਉਹਦੇ ਉੱਤੇ ਫਾਰਮਰ ਪ੍ਰੋਟੈਸਟ ਦੇ ਬਾਰੇ ਛਪਿਆ ਪੂਰਾ ਇੱਕ ਉਹਨਾਂ ਨੇ ਐਡੀਸ਼ਨ ਹੀ ਫਾਰਮਰ ਪ੍ਰੋਟੈਸਟ ਦੇ ਉੱਤੇ ਛਾਪਿਆ ਹੈ। ਔਰ ਨੈਸ਼ਨਲ ਜੀਓਗ੍ਰਾਫੀ ਕੋਈ ਛੋਟੀ ਮੋਟੀ ਮੈਗਜ਼ੀਨ ਨਹੀਂ ਹੈ, ਬਹੁਤ ਤਗੜੀ ਮੈਗਜ਼ੀਨ ਆ। ਫਿਰ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਪੂਰੀ ਜਾਣਕਾਰੀ ਆ ਕਿ ਕੀ ਚੱਲ ਰਿਹਾ ਇੱਥੇ ਇੰਡੀਆ ਦੇ ਵਿੱਚ, ਆ ਕੇ ਪੁੱਛਦੇ ਆ ਕਿ ਵਾਟ ਇਜ਼ ਰੋਂਗ ਵਿਦ ਯੂਰ ਪ੍ਰਾਈਮ ਮਿਨਿਸਟਰ, ਇੱਦਾਂ ਦੀਆਂ ਗੱਲਾਂ ਪੁੱਛਦੇ ਨੇ ਕਿ ਮਤਲਬ ਵਾਈ ਹੀ ਇਜ਼ ਡੂਇੰਗ ਆਲ ਦਿਸ। ਤੇ ਫਿਰ ਉਹਨਾਂ ਨੂੰ ਕਹੀਦਾ ਕਿ ਹਾਂ ਵੀ ਆਰ। ਇੱਕ ਤਾਂ ਈਵਨ ਆਰਮੀ ਵੈਟਰਨ ਮੇਰੇ ਕੋਲ ਆਇਆ, ਉਹਨੇ ਮੈਨੂੰ ਟੋਏ ਗਨ ਦਿੱਤੀ ਛੋਟੀ ਜੀ, ਕਹਿੰਦਾ, ਮੈਂ ਕਿਹਾ ਇਹਦਾ ਕੀ ਕਰਨਾ? ਕਹਿੰਦਾ ਦਿਸ ਇਜ਼ ਫॉर योर ਪ੍ਰਾਈਮ ਮਿਨਿਸਟਰ। ਮੈਂ ਕਿਹਾ ਵੀ ਬਿਲੀਵ ਇਨ ਪੀਸਫੁਲ ਪ੍ਰੋਟੈਸਟ, ਵੀ ਡੋਂਟ ਬਿਲੀਵ ਇਨ ਗਨਸ, ਵੀ ਡੋਂਟ ਬਿਲੀਵ ਇਨ ਵਾਇਲੈਂਸ। ਤੇ ਕਹਿੰਦਾ ਨਹੀਂ, ਜਸਟ ਇਨ ਕੇਸ ਜਸਟ ਕੀਪ ਇਟ। ਤਾਂ ਮੈਂ ਫਿਰ ਹੋਰ ਕਿਸੇ ਨੂੰ ਦਿੱਤੀ, ਮੈਂ ਕਿਹਾ ਵੀ ਅਸੀਂ ਇਹ ਕੰਮ 'ਚ ਨਹੀਂ ਪੈਂਦੇ। ਤੇ ਪਰ ਜਿੱਦਾਂ ਹੁਣ ਕਾਫੀ ਲੋਕ ਨੇ ਜਿਹੜੇ ਵੈਰੀ ਮੱਚ ਦੇ ਆਰ ਅਵੇਅਰ ਤੇ ਸਪੋਰਟ ਕਰਦੇ ਨੇ, ਸਪੋਰਟ ਬਹੁਤ ਚੰਗੀ ਤਰੀਕੇ ਨਾਲ ਕਰਦੇ ਨੇ। ਇੰਨਾ ਕਾ ਕਿ ਕਈ ਵਾਰ ਜਿੱਦਾਂ ਹੁਣ ਆਪਣੀ ਨਿਊਜ਼, ਆਪਣੀ ਖਬਰ ਆ ਉੱਥੇ ਤੱਕ ਪਹੁੰਚ ਨਹੀਂ ਪਾਉਂਦੀ, ਤੇ ਫਿਰ ਉਹ ਸਾਨੂੰ ਹੋਰ ਲੋੜ ਆ। ਹੁਣ ਜਿੱਦਾਂ ਪਨਾਮਾ ਦੇ ਵਿੱਚ ਮੈਂ ਸਾਈਨ ਆਫ ਕੀਤਾ, ਪਨਾਮਾ 'ਚ ਵੀ ਲੋਕਾਂ ਨੂੰ ਜਿੱਥੇ ਸਪੈਨਿਸ਼ ਦੇ ਵਿੱਚ ਪੈਂਫਲੇਟ ਛਪਾ ਕੇ ਵੰਡ ਕੇ ਆਏ ਉੱਥੇ ਜਿੰਨੇ ਕਰ ਸਕਦੇ ਸੀ। US ਦੇ ਵਿੱਚ ਵੀ ਇਹੀ ਚੱਲਦਾ ਰਿਹਾ।
ਤੇ ਬਾਕੀ ਹੁਣ ਇੱਥੋਂ ਤਾਂ ਭੇਜ ਹੀ ਰਹੇ ਆ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਕਿ ਇਸ ਕਿਸਾਨੀ ਅੰਦੋਲਨ ਨੇ ਕੀ ਪ੍ਰਾਪਤੀਆਂ ਇਸ ਪੰਜਾਬ ਨੂੰ, ਹਰਿਆਣਾ ਨੂੰ ਤੇ ਪੂਰੇ ਦੇਸ਼ ਨੂੰ ਦਿੱਤੀਆਂ ਹੈਗੀਆਂ। ਸਾਡੇ ਸਾਹਮਣੇ ਇੱਕ ਤੁਸੀਂ ਦੇਖ ਸਕਦੇ ਇੱਕ ਉਦਾਹਰਣ ਹੈ, ਕਿਉਂਕਿ ਜਿੱਥੇ ਸਾਡੀ ਸਿੱਖੀ ਉਭਾਰ ਕੇ ਆਈ ਹੈ ਉੱਥੇ ਹੀ ਲੋਕਾਂ ਦੇ ਮਨਾਂ ਦੇ ਵਿੱਚ ਅੱਜ ਇਹ ਵੀ ਹੈਗਾ ਕਿ ਜੋ ਸਾਡੇ ਬਜ਼ੁਰਗ ਇੱਥੇ ਬੈਠੇ ਹੋਏ ਨੇ, ਅੱਜ ਜਿੱਤਣ ਦੀ ਨਹੀਂ, ਅਣਖ ਦੀ ਲੜਾਈ ਆ, ਇੱਕ ਹੋਂਦ ਦੀ ਲੜਾਈ ਆ। ਜੇ ਹੋਂਦ ਹੀ ਖਤਮ ਹੋ ਗਈ ਤਾਂ ਦੇਸ਼ ਜਾਏਗਾ ਕਿੱਥੇ। ਸੋ ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ, ਇਸੇ ਹੀ ਤਰ੍ਹਾਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।